ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੇ ਅੰਕਿਤ ਜੋ ਸੁਖਮਨੀ ਸਾਹਿਬ ਜੀ ਦੀ ਵਿਆਖਿਆ ਸ਼ੁਰੂ ਕੀਤੀ ਹੋਈ ਸੀ ਉਸ ਨੂੰ ਅਸੀਂ ਕੰਟੀਨਿਊ ਕਰਦੇ ਹਾਂ। हे ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ। हे ਸੱਚੇ ਪਾਤਸ਼ਾਹ ਜੀ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ श्री वाहिगुरु जी की फतेह। श्लोक। देनहार प्रभ छोड़ के लागे आन सुआए, नानक कहू न सीजई बिन नावे पत जाए। देनहार प्रभ छोड़ के, देन वाले प्रभु ਨੂੰ ਛੱਡ ਕੇ, ਦੇਨਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ, ਮਨੁੱਖ ਹੋਰ ਮਨੋਰਥਾਂ ਵਿੱਚ ਹੋਰ ਕੰਮਾਂ ਵਿੱਚ ਲੱਗਾ ਹੋਇਆ ਹੈ। ਜੋ ਦੇਣ ਵਾਲਾ ਪ੍ਰਭੂ ਹੈ ਉਸ ਨੂੰ ਛੱਡ ਕੇ ਮਨੁੱਖ ਹੋਰ ਕੰਮਾਂ ਵਿੱਚ ਹੋਰ ਆਪਣੇ ਮਨੋਰਥ ਪੂਰੇ ਕਰਨ ਵਿੱਚ ਲੱਗਾ ਹੋਇਆ ਹੈ। ਨਾਨਕ ਕਹੂ ਨ ਸੀਜੇ ਬਿਨ ਨਾਵੇ ਪਤ ਜਾਏ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਨਾਨਕ ਕਹੂ ਨ ਸੀਜੇ ਕਿ ਉਹ ਕਿਤੇ ਕਾਮਯਾਬ ਨਹੀਂ ਹੁੰਦਾ। ਬਿਨ ਨਾਵੇ ਪਤ ਜਾਏ ਤੇ ਪ੍ਰਭੂ ਦੇ ਨਾਮ ਤੋਂ ਬਿਨਾਂ ਉਹ ਆਦਰ ਸਤਕਾਰ ਗੁਆ ਦਿੰਦਾ ਹੈ। अष्टपदी। 10 वस्तु ले पाछे पावे, एक बस्त कारण बिखोट गवावे। 10 वस्तु ले पाछे पावे। ਮਨੁੱਖ ਪਰਮਾਤਮਾ ਦੀ ਬਖਸ਼ਿਸ਼ ਕੀਤੀਆਂ ਹੋਈਆਂ 10 ਚੀਜ਼ਾਂ ਲੈ ਕੇ ਸੰਭਾਲ ਲੈਂਦਾ ਹੈ। 10 ਵਸਤੂ ਲੈ 10 ਚੀਜ਼ਾਂ ਲੈ ਕੇ ਪਾਛੇ ਪਾਵੇ ਸੰਭਾਲ ਲੈਂਦਾ ਹੈ। ਇੱਕ ਬਸਤ ਕਾਰਨ ਬਿਖੋਟ ਗਵਾਵੇ। ਪਰ ਇੱਕ ਚੀਜ਼ ਨਾ ਮਿਲਣ ਕਰਕੇ ਜਾਂ ਜਦੋਂ ਉਸਨੂੰ ਇੱਕ ਚੀਜ਼ ਵੀ ਦੇਣੀ ਪੈਂਦੀ ਹੈ ਤਾਂ ਉਹ ਆਪਣਾ ਇਤਬਾਰ ਗਵਾ ਦਿੰਦਾ ਹੈ। ਇਸ ਨੂੰ ਉਜਾਗਰ ਕਰਦਿਆਂ ਬਹੁਤ ਸਾਖੀਆਂ ਹਨ। ਅਸੀਂ ਵਾਰੀ-ਵਾਰੀ ਉਸ ਦੀ ਵਿਆਖਿਆ ਕਰਦੇ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਦਾ ਪਹਿਲਾ ਅਰਥ ਇਸ ਦਾ ਇੱਕ ਪਹਿਲਾ ਅਰਥ ਇਸ ਸਾਖੀ ਤੋਂ ਨਿਕਲਦਾ ਹੈ ਕਿ ਇੱਕ ਸ਼ਾਹੂਕਾਰ ਦੇ ਕੋਲ ਇੱਕ ਨੌਕਰ ਕੰਮ ਕਰਦਾ ਸੀ। ਕੰਮ ਕਰਦਿਆਂ ਜਦੋਂ ਉਸਨੂੰ ਕਈ ਸਾਲ ਬੀਤ ਗਏ ਤਾਂ ਉਸ ਦੀ ਨੇਕ ਨੀਅਤ ਵੇਖ ਕੇ ਸ਼ਾਹੂਕਾਰ ਦੇ ਮਨ ਵਿੱਚ ਦਇਆ ਆ ਗਈ ਕਿ ਇਸ ਦਾ ਟੱਬਰ ਵੱਧ ਗਿਆ ਹੈ ਤੇ ਇਸ ਨੂੰ ਕੋਈ ਵੱਖਰਾ ਕੰਮ ਕਰਵਾ ਦਈਏ ਤਾਂ ਕਿ ਇਸ ਦਾ ਗੁਜ਼ਾਰਾ ਚੰਗਾ ਚੱਲ ਸਕੇ। ਫਿਰ ਸ਼ਾਹੂਕਾਰ ਨੇ ਉਸਨੂੰ 10,000 ਰੁਪਇਆ ਦੇ ਕੇ ਉਸਨੂੰ ਕਿਹਾ ਕਿ ਇਸ ਦੀ ਤੂੰ ਵੱਖਰੀ ਦੁਕਾਨ ਪਾ ਲੈ ਤੇ 1,000 ਰੁਪਇਆ ਉਸਨੇ ਵੱਖਰਾ ਵੀ ਦਿੱਤਾ ਕਿ ਇਹ ਮੇਰੀ ਅਮਾਨਤ ਹੈ। 1,000 ਰੁਪਇਆ ਇਸ ਨੂੰ ਰੱਖ ਛੱਡ ਤੇ ਜਦੋਂ ਮੈਨੂੰ ਲੋੜ ਪਈ ਮੈਂ ਤੇਰੇ ਕੋਲੋਂ ਲੈ ਲਵਾਂਗਾ। ਤੇ ਫਿਰ ਉਸ ਤੋਂ ਬਾਅਦ ਉਹ ਸ਼ਾਹੂਕਾਰ ਨੇ ਆ ਕੇ ਜਦੋਂ ਕਾਫੀ ਸਮੇਂ ਬਾਅਦ ਜਦੋਂ ਉਸਦੀ ਦੁਕਾਨ ਵੀ ਚੱਲ ਪਈ, ਚੰਗਾ ਕੰਮਕਾਰ ਵੀ ਸ਼ੁਰੂ ਹੋ ਗਿਆ ਤੇ ਕਾਫੀ ਸਮੇਂ ਬਾਅਦ ਜੋ ਸ਼ਾਹੂਕਾਰ ਨੇ ਆ ਕੇ ਜਦੋਂ ਆਪਣੇ ਪੈਸੇ ਮੰਗੇ ਤਾਂ ਉਸਨੇ ਅੱਗੇ ਬਹਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਹਜੇ ਨਹੀਂ ਹੈ, ਹੋਰ ਠਹਿਰ ਕੇ ਦੇਵਾਂਗਾ। ਫਿਰ ਆਖਰ ਉਹ ਮੁੱਕਰ ਹੀ ਗਿਆ, ਪੈਸੇ 1,000 ਦੇਣ ਤੋਂ ਉਹ ਮੁੱਕਰ ਹੀ ਗਿਆ। ਤੇ ਇਸ ਨੂੰ ਇਹ ਵਿਆਖਿਆ ਕਰਦੀ ਹੋਈ ਅਸ਼ਟਪਦੀ ਹੈ ਕਿ 10 ਵਸਤੂ ਲੈ ਪਾਛੇ ਪਾਵੇ, ਕਿ 10,000 ਰੁਪਇਆ ਲੈ ਕੇ ਨੌਕਰ ਨੇ ਪਿੱਛੇ ਦੁਕਾਨ ਵਿੱਚ ਪਾ ਲਿਆ, ਭਾਵ ਸੌਦਾ ਲਿਆ ਕੇ ਦੁਕਾਨ ਭਰ ਲਈ। ਇੱਕ ਬਸਤ ਕਾਰਨ ਬਿਖੋਟ ਗਵਾਵੇ ਤੇ ਜਦੋਂ 1,000 ਰੁਪਇਆ ਜੋ ਸ਼ਾਹੂਕਾਰ ਨੇ ਆਪਣਾ ਅਮਾਨਤ ਰੱਖਿਆ ਸੀ ਉਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਤਰ੍ਹਾਂ ਇਹ 1,000 ਦੇ ਬਦਲੇ ਨੌਕਰ ਨੇ ਆਪਣਾ ਭਰੋਸਾ ਗੁਆ ਲਿਆ। 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਬਿਖੋਟ ਗਵਾਵੇ ਕਿ ਇੱਕ ਵਸਤ ਉਸ 10,000 ਤਾਂ ਉਸਨੇ ਆਪਣੀ ਦੁਕਾਨ 'ਚ ਲਗਾ ਲਏ, ਪਰ ਇੱਕ ਵਸਤੂ 1,000 ਰੁਪਇਆ ਜੋ ਉਸਨੇ ਦੇਣਾ ਸੀ ਉਹ ਨਹੀਂ ਦਿੱਤਾ ਤੇ ਆਪਣਾ ਉਸਨੇ ਭਰੋਸਾ ਗੁਆ ਦਿੱਤਾ। ਇਸ ਦਾ ਇੱਕ ਹੋਰ ਅਰਥ ਹੈ ਕਿ ਦੂਸਰਾ ਅਰਥ ਇਸ ਦਾ ਇਹ ਹੈ ਕਿ ਜਿਸ ਵੇਲੇ ਮਾਂ ਦੇ ਗਰਭ ਵਿੱਚ ਜੀਵ ਪੁੱਠਾ ਟੰਗਿਆ ਹੁੰਦਾ ਹੈ ਤਾਂ ਉਹ ਪਰਮੇਸ਼ਵਰ ਅੱਗੇ ਬਹੁਤ ਬੇਨਤੀਆਂ ਕਰਦਾ ਹੈ ਕਿ हे ਸੱਚੇ ਪਾਤਸ਼ਾਹ ਜੀ, ਮੈਨੂੰ ਇੱਥੋਂ ਕੱਢੋ, ਮੈਂ ਆਪ ਜੀ ਨੂੰ ਦਸਵੰਧ ਦਿਆਂਗਾ। ਦਸਵੰਧ ਕਿ ਮੈਨੂੰ ਪੂਰੇ ਸਾਹ ਜਿੰਨੇ ਵੀ ਮਿਲਣਗੇ ਉਸ ਵਿੱਚੋਂ ਦਸਵੰਧ ਕੱਢ ਕੇ ਮੈਂ ਆਪ ਜੀ ਦੇ ਹਜ਼ੂਰ ਵਿੱਚ ਆਪਣੇ ਉਹ ਸਾਹ ਲਾਵਾਂਗਾ। ਆਪ ਜੀ ਦੇ ਪਾਠ ਵਿੱਚ, ਆਪ ਜੀ ਦੇ ਸਿਮਰਨ ਵਿੱਚ ਉਹ ਦਸਵੰਧ ਵਾਲੇ ਸਾਹ ਆਪ ਜੀ ਦੇ ਨੂੰ ਦੇਵਾਂਗਾ। ਪਰ ਜਦੋਂ ਮਾਂ ਦੇ ਗਰਭ ਚੋਂ ਨਿਕਲ ਆਉਂਦਾ ਹੈ
ਤੇ ਇੱਥੇ ਆ ਕੇ ਉਸਨੂੰ ਮਾਇਆ ਚਿੰਬੜ ਜਾਂਦੀ ਹੈ। ਇਸ ਦੁਨੀਆਦਾਰੀ ਵਿੱਚ ਲੱਗ ਜਾਂਦਾ ਹੈ। ਉਹ ਭੁੱਲ ਜਾਂਦਾ ਹੈ ਆਪਣਾ ਦਸਵੰਧ ਦੇਣਾ ਜੋ ਉਸਨੇ ਮੰਨਿਆ ਹੁੰਦਾ ਹੈ, ਉਹ ਭੁੱਲ ਜਾਂਦਾ ਹੈ। ਤਾਂ ਇਸੇ ਗੱਲ ਨੂੰ ਗੁਰੂ ਜੀ ਇਹ ਕਹਿਣਾ ਚਾਹੁੰਦੇ ਹਨ ਕਿ ਦਸਵੰਧ ਵਸਤੂ ਤਾਂ ਪ੍ਰਭੂ ਪਾਸੋਂ ਲੈ ਕੇ ਪਿੱਛੇ ਪਾ ਦਿੱਤੀ। ਜੋ ਦਸਵੰਧ ਵਸਤੂ ਹੈ, ਪੂਰੇ ਸਾਹ ਜਿਹੜੇ ਹੈ, ਸਾਰੇ ਜਿਹੜੇ ਸਵਾਸ ਹੈ ਉਹ ਸੰਸਾਰ ਵੱਲ ਲਗਾ ਦਿੱਤੇ ਹਨ। ਪਰ ਜੋ ਉਸਨੇ ਦਸਵੰਧ ਮੰਨਿਆ ਹੈ ਕਿ ਇਹਨਾਂ ਵਿੱਚੋਂ ਦਸਵੰਧ ਵਾਲੇ ਸਾਹ ਮੈਂ ਬਾਬਾ ਜੀ ਤੁਹਾਡੇ ਚਰਨਾਂ ਵਿੱਚ ਅਰਪਿਤ ਕਰਾਂਗਾ, ਮੈਂ ਤੁਹਾਡੇ ਸਿਮਰਨ ਕਰਾਂਗਾ, ਉਹ ਦਸਵੰਧ ਵੀ ਜੋ ਉਸਨੇ ਮੰਨੇ ਪਰ ਬਾਹਰ ਆ ਕੇ ਉਸਨੇ ਦਸਵੰਧ ਵਾਲੇ ਸਾਹ ਪ੍ਰਭੂ ਭਗਤੀ ਵਿੱਚ ਨਹੀਂ ਲਾਏ। ਦਸਵੰਧ ਮੰਨ ਤਾਂ ਲੈਂਦਾ ਹੈ ਪਰ ਦੇਣ ਲੱਗਿਆਂ ਉਸਨੂੰ ਔਖਾ ਹੁੰਦਾ ਹੈ, ਤੇ ਇਸ ਤਰ੍ਹਾਂ ਉਹ ਆਪਣਾ ਇਤਬਾਰ ਗਵਾ ਲੈਂਦਾ ਹੈ। ਇੱਕ ਹੋਰ ਸਾਖੀ ਹੈ ਖਜੂਰਾਂ ਖਾਣ ਵਾਲੇ ਦੀ। ਇੱਕ ਮੁਸਾਫਿਰ ਜਾ ਰਿਹਾ ਸੀ ਤੇ ਰਾਹ ਵਿੱਚ ਉਸਨੇ ਖਜੂਰਾਂ ਦੇ ਬ੍ਰਿਸ਼ ਆ ਗਏ। ਬਹੁਤ ਸਾਰੇ ਬ੍ਰਿਸ਼ ਦੇਖ ਕੇ ਉਸਦੇ ਮਨ ਵਿੱਚ ਲਾਲਚ ਆ ਗਿਆ ਕਿ ਮੈਂ ਖਾ ਕੇ ਚੱਲ ਜਾਂਦਾ ਹਾਂ ਇਹ ਖਜੂਰਾਂ। ਉਹ ਉੱਪਰ ਜਾ ਕੇ ਉਸਨੇ ਰੱਜ ਕੇ ਖਜੂਰਾਂ ਖਾਧੀਆਂ, ਪਰ ਹੇਠਾਂ ਆਉਣ ਲੱਗਿਆ ਉਸਨੂੰ ਬਹੁਤ ਡਰ ਲੱਗਾ ਕਿ ਕਿਤੇ ਮੇਰੀ ਹੱਡੀ ਪਸਲੀ ਨਾ ਟੁੱਟ ਜਾਏ। ਜਿਵੇਂ ਆਮ ਕਹਾਵਤ ਵੀ ਲਿਖੀ ਹੋਈ ਹੈ, ਫਕੀਰਾ ਫਕੀਰੀ ਦੂਰ ਹੈ, ਜਿੰਨੀ ਕੁ ਉੱਚੀ ਖਜੂਰ ਹੈ। ਚੜ ਜਾਏ ਤਾਂ ਪੀਵੇਂ ਅੰਮ੍ਰਿਤ ਰਸ, ਗਿਰ ਜਾਏ ਤਾਂ ਚਕਨਾ ਚੂਰ ਹੈ। ਇਸ ਡਰ ਕਰਕੇ ਉਸਨੇ ਪ੍ਰਭੂ ਨੂੰ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਜੀ, ਮੈਂ ਸਲਾਮਤ ਉਤਰ ਜਾਵਾਂ ਤਾਂ ਮੈਂ 100 ਚਾਦਰਾਂ ਸੰਤਾਂ ਜੀ ਨੂੰ ਚੜਾਵਾਂਗਾ। ਫਿਰ ਅੱਧੇ ਰਸਤੇ ਪਹੁੰਚ ਗਿਆ ਸਹੀ ਸਲਾਮਤ ਤੇ ਕਹਿੰਦਾ ਕਿ 100 ਤਾਂ ਬਹੁਤ ਹਨ, ਮੈਂ 50 ਚਾਦਰਾਂ ਚੜਾਵਾਂਗਾ। ਫਿਰ ਹੋਰ ਥੱਲੇ ਆਇਆ ਤਾਂ ਉਸਨੇ ਕਿਹਾ 25 ਚਾਦਰਾਂ ਚੜਾਵਾਂਗਾ। ਫਿਰ 25 ਤੋਂ 12 ਹੋ ਗਈਆਂ। ਪਰ ਜਿਸ ਵੇਲੇ ਦੁਕਾਨ ਤੇ ਆਇਆ ਤਾਂ ਉਸਨੇ ਚਾਦਰਾਂ ਦਾ ਭਾਅ ਪੁੱਛਿਆ ਤਾਂ ਉਸਨੇ ਉਹ ਬਹੁਤ ਜ਼ਿਆਦਾ ਲੱਗਾ ਤਾਂ ਉਸਨੇ ਸਿਰਫ ਇੱਕ ਚਾਦਰ ਹੀ ਲੈ ਕੇ ਜਾ ਕੇ ਮੱਥਾ ਟੇਕ ਦਿੱਤਾ। ਇਸੇ ਗੱਲ ਨੂੰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਦਸਵੰਧ ਮੰਨਣਾ ਤਾਂ ਸੌਖਾ ਹੈ ਪਰ ਦੇਣਾ ਬਹੁਤ ਔਖਾ ਹੈ। ਉਹ ਸਭ ਚੀਜ਼ਾਂ ਲੈ ਕੇ ਪਰਮਾਤਮਾ ਕੋਲੋਂ ਸਭ ਚੀਜ਼ਾਂ ਲੈ ਕੇ ਉਹ ਪਿੱਛੇ ਪਾ ਲੈਂਦਾ ਹੈ, ਪਰ ਜਦੋਂ ਉਸਨੂੰ ਇੱਕ ਚੀਜ਼ ਵੀ ਦੇਣੀ ਪੈਂਦੀ ਹੈ ਤਾਂ ਉਸਦਾ ਜੀਵ ਦਾ ਮਨ ਖਰਾਬ ਹੋ ਜਾਂਦਾ ਹੈ ਤੇ ਉਹ ਆਪਣਾ ਇਤਬਾਰ, ਆਪਣਾ ਭਰੋਸਾ ਗਵਾ ਦਿੰਦਾ ਹੈ। ਇਸੇ ਅਸ਼ਟਪਦੀ ਦਾ ਇੱਕ ਹੋਰ ਅਰਥ ਹੈ ਕਿ ਜਦੋਂ ਜੀਵ ਬਹੁਤ ਗਰੀਬ ਹੁੰਦਾ ਹੈ, ਮਨੁੱਖ ਬਹੁਤ ਗਰੀਬ ਹੁੰਦਾ ਹੈ, ਗਰੀਬੀ ਕਾਰਨ ਉਹ ਬਹੁਤ ਤਰਲੇ ਮਿੰਨਤਾਂ ਸੱਚੇ ਪਾਤਸ਼ਾਹ ਅੱਗੇ ਕਰਦਾ ਹੈ, ਝੋਲੀਆਂ ਅੜਦਾ ਹੈ, ਅਰਦਾਸ ਕਰਦਾ ਹੈ ਕਿ ਹੇ ਸੱਚੇ ਪਾਤਸ਼ਾਹ ਜੀ, ਮੇਰੀ ਕਮਾਈ ਵਿੱਚ ਬਰਕਤ ਪਾ ਦਿਓ, ਖੁੱਲ੍ਹੇ ਗੱਫੇ ਬਖਸ਼ੋ, ਮੈਂ ਆਪ ਜੀ ਨੂੰ ਦਸਵੰਧ ਦਿਆਂਗਾ। ਗੁਰੂ ਸਾਹਿਬ ਜੀ ਜਦੋਂ ਉਸਨੂੰ ਖੁੱਲ੍ਹੇ ਗੱਫੇ ਬਖਸ਼ ਵੀ ਦਿੰਦੇ ਹਨ, ਅਗਰ ਸਮਝ ਲਓ ਉਸ ਕੋਲ ਲੱਖ ਰੁਪਈਆ ਵੀ ਆ ਗਿਆ ਤਾਂ ਉਸਦਾ ਦਸਵੰਧ 10,000 ਬਣ ਗਿਆ। ਪਰ ਜਦੋਂ ਉਸਨੇ 10,000 ਦੇਣ ਨੂੰ ਉਹ ਕੱਢਦਾ ਹੈ ਤਾਂ ਉਸਨੂੰ ਇਹ ਬਹੁਤ ਜ਼ਿਆਦਾ ਲੱਗਦੇ ਹਨ, ਤਾਂ ਉਸ ਵੇਲੇ ਉਸਦਾ ਮਨ ਮੁੱਕਰ ਜਾਂਦਾ ਹੈ। ਤੇ ਜੀਵ ਦੀ ਇਹ ਗੱਲ ਵੇਖ ਕੇ ਗੁਰੂ ਜੀ ਸਰਵਣ ਕਰਦੇ ਹਨ ਕਿ 10 ਵਸਤੂਲੇ ਪਾਛੇ ਪਾਵੇ, ਕਿ ਮੈਂ ਤੈਨੂੰ ਅਨੇਕਾਂ ਚੀਜ਼ਾਂ ਦਿੱਤੀਆਂ ਹਨ, ਅਨੇਕਾਂ ਵਸਤਾਂ ਦਿੱਤੀਆਂ ਹਨ, ਇਹ ਮਕਾਨ, ਮੁਰੱਬੇ, ਕੋਠੀਆਂ, ਕਾਰਾਂ, ਬੇਅੰਤ ਪਦਾਰਥ ਦਿੱਤੇ ਹਨ, ਇਹ ਸਾਰੇ ਤੂੰ ਪਿੱਛੇ ਪਾ ਲੈ, ਤੂੰ ਰੱਖ ਲੈ। ਇੱਕ ਵਸਤ ਕਾਰਨ ਵਿਖੋਟ ਗਵਾਵੇ, ਤੇ ਜਦੋਂ ਤੈਨੂੰ ਇਹ ਇੱਕ ਵਸਤੂ ਵੀ ਜਦੋਂ ਦੇਣੀ ਪੈਂਦੀ ਹੈ ਤਾਂ ਉਦੋਂ ਤੂੰ ਨਹੀਂ ਦਿੰਦਾ, ਤੂੰ ਨਾ ਸ਼ੁਕਰਾ ਹੋ ਜਾਂਦਾ ਹੈ, ਤੂੰ ਆਪਣਾ ਵਿਸ਼ਵਾਸ ਗਵਾ ਲੈਂਦਾ ਹੈ। ਇਸ ਨੂੰ ਪ੍ਰਭੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ 10 ਵਸਤੂਲੇ ਕਿ ਪਰਮਾਤਮਾ ਤਾਂ ਬੇਅੰਤ ਸਾਨੂੰ ਬਖਸ਼ਿਸ਼ ਕਰਦਾ ਹੈ, ਪਰ ਜਦੋਂ ਸਾਨੂੰ ਇੱਕ ਵਸਤੂ ਵੀ ਦੇਣੀ ਪੈਂਦੀ ਹੈ ਜਾਂ ਸਾਨੂੰ ਇੱਕ ਵਸਤੂ ਵੀ ਨਾ ਮਿਲੇ ਤਾਂ ਅਸੀਂ ਨਾ ਸ਼ੁਕਰੇ ਹੋ ਜਾਂਦੇ ਹਨ। ਅਸੀਂ ਸੱਚੇ ਪਾਤਸ਼ਾਹ ਕੋਲੋਂ ਆਪਣੀਆਂ ਮੁਸ਼ਕਲਾਂ ਦੱਸਣੀਆਂ ਸ਼ੁਰੂ ਕਰਦੇ ਹਾਂ ਕਿ ਸਾਨੂੰ ਆਹ ਨਹੀਂ ਮਿਲਿਆ, ਸਾਨੂੰ ਉਹ ਨਹੀਂ ਮਿਲਿਆ। ਅਸੀਂ ਜੋ ਪਰਮਾਤਮਾ ਨੇ ਸਾਨੂੰ ਚੀਜ਼ਾਂ ਦਿੱਤੀਆਂ ਹੋਈਆਂ ਹਨ ਉਸ ਦਾ ਸ਼ੁਕਰ ਨਹੀਂ ਕਰਦੇ। ਪਰ ਅਗਰ ਇੱਕ ਚੀਜ਼ ਵੀ ਸਾਨੂੰ ਨਹੀਂ ਮਿਲੀ ਜਾਂ ਸਾਨੂੰ ਦੇਣੀ ਪੈ ਰਹੀ ਹੈ, ਉਸ ਦਾ ਵੀ ਅਸੀਂ ਪਰਮਾਤਮਾ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਹਾਂ, ਆਪਣਾ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਇੱਕ ਬਸ ਕਾਰਨ ਵਿਖੋਟ ਗਵਾਵੇ, ਅਸੀਂ ਪਰਮਾਤਮਾ ਦੇ ਅੱਗੇ ਝੂਠੇ ਪੈ ਜਾਂਦੇ ਹਾਂ ਇੱਕ ਬਸ ਦੇ ਕਾਰਨ। ਜਿਵੇਂ ਕਿ ਅਗਰ ਪਰਮੇਸ਼ਵਰ ਨੇ ਸਾਨੂੰ ਇੱਕ ਜੀਵ ਨੂੰ ਮਕਾਨ ਦਿੱਤੇ, ਕੋਠੀਆਂ, ਮੁਰੱਬੇ, ਸਭ ਕਾਰਾਂ ਸਭ ਦਿੱਤੀਆਂ, ਅਗਰ
ਉਸਨੂੰ ਅਗਰ ਇੱਕ ਪੁੱਤਰ ਦੀ ਦਾਤ ਨਹੀਂ ਦਿੱਤੀ ਤਾਂ ਉਹ ਬੰਦਾ ਆਖਦਾ ਹੈ ਕਿ ਮੈਨੂੰ ਪਰਮੇਸ਼ਵਰ ਨੇ ਕੁਝ ਵੀ ਨਹੀਂ ਦਿੱਤਾ। ਤਾਂ ਉਹ ਇਹਨਾਂ ਅਰਥਾਂ ਨੂੰ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਬੇਅੰਤ ਵਸਤੂਆਂ ਪਰਮਾਤਮਾ ਪਾਸੋਂ ਲੈ ਕੇ ਵੀ ਇਹ ਜੀਵ ਭੁੱਲ ਜਾਂਦਾ ਹੈ ਤੇ ਉਹ ਆਖਦਾ ਹੈ ਕਿ ਮੈਨੂੰ ਪਰਮੇਸ਼ਵਰ ਨੇ ਕੀ ਦਿੱਤਾ ਹੈ। ਏਕ ਬਸ ਕਾਰਨ ਵਿਖੋਟ ਹੋਇਆ, ਇੱਕ ਬਸ ਇੱਕ ਪੁੱਤਰ ਵਸਤੂ ਦੇ ਨਾਮ ਮਿਲਣ ਕਰਕੇ ਉਹ ਆਪਣਾ ਭਰੋਸਾ ਗਵਾ ਦਿੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਨੂੰ ਆਪਣੇ ਗੁਰੂ ਕੋਲੋਂ ਆਸ ਜਿਹੜੀ ਹੈ ਉਹ ਆਪਣੀ ਟੁੱਟਣ ਨਹੀਂ ਦੇਣੀ ਚਾਹੀਦੀ ਤੇ ਪਰਮਾਤਮਾ ਨੇ ਸਾਨੂੰ ਜੋ ਵੀ ਚੀਜ਼ਾਂ ਦਿੱਤੀਆਂ ਹਨ ਉਸ ਦਾ ਸਾਨੂੰ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਹੈ। ਏਕ ਬਿਨਾ ਦੇ 10 ਵੀ ਹਿਰਲੇ ਤੋ ਮੂੜਾ ਕੋ ਕਹਾ ਕਰੇ। ਜੇ ਪਰਮਾਤਮਾ ਇੱਕ ਚੀਜ਼ ਨਾ ਦੇਵੇ ਅਤੇ ਪਹਿਲੀਆਂ ਦਿੱਤੀਆਂ ਹੋਈਆਂ 10 ਵੀ ਖੋ ਲਵੇ ਤਾਂ ਦੱਸੋ ਇਹ ਮੂਰਖ ਭਲਾ ਕੀ ਕਰ ਸਕਦਾ ਹੈ। ਤੋ ਮੂੜਾ ਕੋ ਕਹਾ ਕਰੇ, ਫਿਰ ਦੱਸੋ ਇਹ ਮੂਰਖ ਭਲਾ ਕੀ ਕਰ ਸਕਦਾ ਹੈ। ਜਿਸ ਠਾकुर ਸਿਓ ਨਾਹੀ ਚਾਰਾ ਤਾਕੋ ਕੀਜੇ ਸਦ ਨਮਸਕਾਰਾ। ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ, ਜਿਸ ਠਾकुर ਜਿਸ ਤੋਂ ਬਿਨਾਂ ਸਾਡਾ ਕੋਈ ਸਹਾਈ ਨਹੀਂ ਹੈ, ਉਸ ਨੂੰ ਹਰ ਰੋਜ਼ ਨਮਸਕਾਰ ਕਰਨੀ ਚਾਹੀਦੀ ਹੈ। ਤਾਕੋ ਕੀਜੇ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮਿੱਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਦੇ ਮਨ ਨੂੰ ਪ੍ਰਭੂ ਮਿੱਠਾ ਲੱਗਦਾ ਹੈ, ਸਾਰੇ ਸੁੱਖ ਉਸ ਦੇ ਮਨ ਵਿੱਚ ਵਸ ਜਾਂਦੇ ਹਨ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਸ ਮਨੁੱਖ ਤੋਂ ਪਰਮਾਤਮਾ ਨੇ ਆਪਣਾ ਹੁਕਮ ਮਨਵਾਇਆ ਹੈ, ਉਸਨੇ ਸਾਰੇ ਪਦਾਰਥ ਹਾਸਲ ਕਰ ਲਏ ਹਨ। ਜਿਸ ਜਨ ਆਪਣਾ ਹੁਕਮ ਮਨਾਇਆ, ਜਿਸ ਮਨੁੱਖ ਤੋਂ ਪਰਮਾਤਮਾ ਨੇ ਆਪਣਾ ਹੁਕਮ ਮਨਵਾਇਆ ਹੈ, ਉਸਨੇ ਸਾਰੇ ਪਦਾਰਥ ਹਾਸਲ ਕਰ ਲਏ ਹਨ। ਅਗਨਤ ਸਾਹੂ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅਨੰਤ ਉਲਾਸ। ਮਾਲਕ ਆਪਣੀਆਂ ਅਣਗਿਣਤ ਦਾਤਾਂ ਦੀ ਪੂੰਜੀ ਮਨੁੱਖ ਨੂੰ ਦਿੰਦਾ ਹੈ। ਅਗਨਤ ਸਾਹੂ ਆਪਣੀ ਦੇ ਰਾਸ, ਅਣਗਿਣਤ ਦਾਤਾਂ ਦੀ ਪੂੰਜੀ ਮਨੁੱਖ ਨੂੰ ਦਿੰਦਾ ਹੈ। ਖਾਤ ਪੀਤ ਵਰਤੇ ਅਨੰਤ ਉਲਾਸ। ਜਿਸ ਨੂੰ ਇਹ ਖਾਂਦਾ ਪੀਂਦਾ ਹੈ ਤੇ ਵਰਤਦਾ ਹੋਇਆ ਆਨੰਦ ਤੇ ਖੁਸ਼ੀਆਂ ਮਾਣਦਾ ਹੈ। ਆਪਣੀ ਇਮਾਨ ਕਛੁ ਬਹੁਰ ਸਾਹੋ ਲੈ, ਅਗਿਆਨੀ ਮਨ ਰੋਸ ਕਰੇ। ਜੇ ਆਪਣੀ ਦਿੱਤੀ ਹੋਈ ਅਮਾਨਤ ਵਿੱਚੋਂ ਦਾਤਾ ਕੁਝ ਵਾਪਸ ਲੈ ਲਵੇ ਤਾਂ ਫਿਰ ਅਗਿਆਨੀ ਮਨੁੱਖ ਮਨ ਵਿੱਚ ਗੁੱਸਾ ਕਰਦਾ ਹੈ। ਆਪਣੀ ਅਮਾਨ ਕੁਛ ਬਹੁਰ ਸਾਹੋ ਲੈ, ਅਗਿਆਨੀ ਮਨ ਰੋਸ ਕਰੇ। ਅਗਰ ਇਹ ਕੁਝ ਆਪਣੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਵਾਪਸ ਵੀ ਲੈ ਲੈਂਦਾ ਹੈ ਤਾਂ ਫਿਰ ਅਗਿਆਨੀ ਮਨੁੱਖ ਮਨ ਵਿੱਚ ਬਹੁਤ ਗੁੱਸਾ ਕਰਦਾ ਹੈ। ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਇਸ ਤਰ੍ਹਾਂ ਇਹ ਆਪਣਾ ਭਰੋਸਾ ਆਪ ਹੀ ਗਵਾ ਲੈਂਦਾ ਹੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਤੇ ਪ੍ਰਭੂ ਨੂੰ ਮੁੜ ਉਸ 'ਤੇ ਵਿਸ਼ਵਾਸ ਨਹੀਂ ਹੁੰਦਾ। ਜਿਸ ਕੀ ਬਸ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ। ਜਿਸ ਦੀ ਚੀਜ਼ ਹੋਵੇ ਉਸ ਦੇ ਅੱਗੇ ਰੱਖ ਦੇਣੀ ਚਾਹੀਦੀ ਹੈ। ਜਿਸ ਦੀ ਚੀਜ਼ ਹੋਵੇ ਉਸ ਦੇ ਅੱਗੇ ਰੱਖ ਦੇਣੀ ਚਾਹੀਦੀ ਹੈ। ਪ੍ਰਭ ਕੀ ਆਗਿਆ ਮਾਨੇ ਮਾਥੇ। ਪ੍ਰਭੂ ਦੀ ਆਗਿਆ ਨੂੰ ਖੁਸ਼ੀ ਮੰਨਣਾ ਚਾਹੀਦਾ ਹੈ। ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਇਸ ਤਰ੍ਹਾਂ ਉਹ ਪ੍ਰਸੰਨ ਹੋ ਕੇ 4 ਗੁਣਾ ਵਧੇਰੇ ਪਦਾਰਥ ਦੇ ਕੇ ਨਿਹਾਲ ਕਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਉਹ ਮਾਲਕ ਸਦਾ ਦਇਆ ਕਰਨ ਵਾਲਾ ਹੈ। ਇਸ ਅਸ਼ਟਪਦੀ ਨੂੰ ਉਜਾਗਰ ਕਰਨ ਦੇ ਲਈ ਇੱਕ ਸਾਖੀ ਹੈ ਕਿ ਜਿਸ ਵੇਲੇ ਗੁਰੂ ਗੋਬਿੰਦ ਸਾਹਿਬ ਜੀ ਜੰਗ ਤੋਂ ਬਾਅਦ ਦਮਦਮਾ ਸਾਹਿਬ ਪਹੁੰਚੇ ਤਾਂ ਮਾਤਾ ਸੁੰਦਰੀ ਜੀ ਨੇ ਕਿਹਾ ਕਿ ਮੇਰੇ ਚਾਰੇ ਲਾਲ ਕਿੱਥੇ ਹਨ। ਤਾਂ ਗੁਰੂ ਜੀ ਨੇ ਕਿਹਾ, ਜਿਸ ਕੀ ਬਸ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ। ਕਿਹਾ ਕਿ ਉਹ ਚਾਰੇ ਲਾਲ ਪ੍ਰਭੂ ਦੀ ਅਮਾਨਤ ਪ੍ਰਭੂ ਦੇ ਪਾਸ ਹੀ ਪਹੁੰਚ ਗਈ ਹੈ। ਤੇ ਖਾਲਸੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਹਜ਼ਾਰਾਂ ਲਾਲ ਤੇਰੇ ਪਾਸ ਖੜੇ ਹਨ। ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੁਏ ਤਾਂ ਕਿਆ ਹੋਇਆ ਚਾਰ ਮੁਏ ਤਾਂ ਕਿਆ ਹੁਆ, ਜੀਵਤ ਕਈ ਹਜ਼ਾਰ। ਇਸੇ ਅਸ਼ਟਪਦੀ ਨੂੰ ਬਿਆਨ ਕਰਦੀ ਹੋਈ ਇੱਕ ਸਾਖੀ ਹੋਰ ਹੈ, ਜਿਸ ਕੀ ਬਸ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ। ਉਸ ਤੇ ਚੌਗਨ ਕਰੇ ਨਿਹਾਲ,
ਨਾਨਕ ਸਾਹਿਬ ਸਦਾ ਦਿਆਲ। ਕਿ ਇੱਕ ਮਾਈ ਸੁਖਮਨੀ ਸਾਹਿਬ ਜੀ ਦੀ ਬਹੁਤ ਪ੍ਰੇਮਨ ਸੀ। ਰੋਜ਼ਾਨਾ ਸਵੇਰੇ ਉੱਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀ ਸੀ। ਸਮੇਂ ਅਨੁਸਾਰ ਉਸ ਦਾ ਛੋਟਾ ਬੱਚਾ ਗੁਜ਼ਰ ਗਿਆ। ਵਾਹਿਗੁਰੂ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਮਾਈ ਨੇ ਉਸ ਬੱਚੇ ਨੂੰ ਚੁੱਕ ਕੇ ਹਰਿਮੰਦਰ ਸਾਹਿਬ ਦਰਸ਼ਨੀ ਡਿਓੜੀ 'ਤੇ ਮੱਥਾ ਟਿਕਾਇਆ ਤੇ ਝੋਲੀ ਵਿੱਚ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਪਰਿਕਰਮਾ ਕਰੀ ਜਾਂਦੀ ਹੈ। ਉਸ ਸਮੇਂ ਗੁਰੂ ਜੀ ਦੁਪੰਜਨੀ ਬੇਰੀ ਦੇ ਨਾਲ ਥੜੇ ਸਾਹਿਬ ਤੇ ਦੀਵਾਨ ਲਗਾ ਕੇ ਸੰਤਾਂ ਨੂੰ ਉਪਦੇਸ਼ ਦੇ ਰਹੇ ਸਨ। ਜਿਸ ਵੇਲੇ ਭੋਗ ਪਿਆ ਤਾਂ ਮਾਈ ਨੂੰ ਪਾਸ ਬੁਲਾ ਕੇ ਕਿਹਾ, ਕੀ ਕਾਰਨ ਹੈ? ਮਾਈ ਨੇ ਬੱਚੇ ਨੂੰ ਅੱਗੇ ਲਿਟਾ ਕੇ ਕਿਹਾ, ਜਿਸ ਕੀ ਬਸ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ। ਉਸ ਦੇ ਭਰੋਸੇ ਨੂੰ ਵੇਖ ਕੇ ਸਤਿਗੁਰਾਂ ਨੇ ਕਿਹਾ, ਜਿਵੇਂ ਹੁਣ ਤੂੰ ਪ੍ਰਭੂ ਦਾ ਭਾਣਾ ਮਿੱਠਾ ਕਰਕੇ ਮੰਨਿਆ ਹੈ, ਇਸੇ ਤਰ੍ਹਾਂ ਅੱਗੋਂ ਵੀ ਮੰਨੀ ਜਾ। ਪ੍ਰਭੂ ਤੇਰੇ ਘਰ 4 ਪੁੱਤਰ ਬਖਸ਼ਣਗੇ। ਇਸ ਵਾਰ ਕਰਕੇ ਸਮੇਂ ਅਨੁਸਾਰ ਉਸ ਦੇ ਘਰ 4 ਪੁੱਤਰ ਪੈਦਾ ਹੋਏ। ਤੇ ਇਸ ਅਸ਼ਟਪਦੀ ਦੀ ਇਹ ਲਾਈਨ ਨੂੰ ਬਿਆਨ ਕਰਦਾ ਹੈ ਕਿ ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਉਹ ਮਾਲਕ ਦਇਆ ਕਰਨ ਵਾਲਾ ਹੈ। ਉਹ ਮਾਲਕ ਦਇਆ ਕਰਨ ਵਾਲਾ ਹੈ, ਬਹੁਤ ਦਿਆਲੂ ਹੈ। ਉਹ ਪ੍ਰਸੰਨ ਹੋ ਕੇ 4 ਗੁਣਾ ਵਧੇਰੇ ਪਦਾਰਥ ਦੇ ਕੇ ਨਿਹਾਲ ਕਰ ਦਿੰਦਾ ਹੈ। ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਕਿ ਮਾਲਕ ਦਾ ਦਇਆ ਕਰਨ ਵਾਲਾ ਹੈ, ਉਹ ਤਾਂ ਦਇਆ ਹੀ ਕਰਦਾ ਹੈ। ਉਹ ਪ੍ਰਸੰਨ ਹੋ ਕੇ ਉਹ ਅਗਰ ਇੱਕ ਚੀਜ਼ ਲੈਂਦਾ ਹੈ ਤਾਂ ਉਸ ਤੋਂ 4 ਗੁਣਾ ਚੀਜ਼ਾਂ ਤੁਹਾਨੂੰ ਦੇ ਕੇ ਨਿਹਾਲ ਕਰ ਦਿੰਦਾ ਹੈ। ਹੇ ਸੱਚੇ ਪਾਤਸ਼ਾਹ ਜੀ, ਆਪਣੇ ਗੁਰੂ ਚਰਨਾਂ ਨਾਲ ਹਮੇਸ਼ਾ ਜੋੜੀ ਰੱਖਣਾ ਅਤੇ ਸਾਨੂੰ ਸਿਮਰਨ ਕਰਨ ਦੀ ਸ਼ਕਤੀ ਦੇਣਾ ਤੇ ਤਾਂ ਕਿ ਸਾਡਾ ਮਨ ਇੱਧਰ ਉੱਧਰ ਵਿਕਾਰਾਂ ਵਿੱਚ ਨਾ ਡੋਲੇ ਅਤੇ ਤੁਹਾਡੀ ਸੇਵਾ ਕਰਦਿਆਂ ਹੀ ਅਸੀਂ ਇਸ ਜ਼ਿੰਦਗੀ ਤੋਂ ਪਾਰ ਉਤਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।